ਪਬਲਿਕ ਕ੍ਰਾਈਮ ਨਿਊਜ਼ ਦੇਖਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਕਿਰਪਾਲ ਸਿੰਘ ਛਿੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਵੇਲੇ ਕੱਥੂ ਨੰਗਲ ਟੋਲ ਪਲਾਜ਼ੇ ਦੇ ਉੱਪਰ ਖੜੇ ਆ ਤੇ ਇੱਥੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਕੁਛ ਫੀਮੇਲ ਨੇ ਮੁਲਾਜ਼ਮ ਆ ਕਰਮਚਾਰੀ ਆ, ਉਹ ਇੱਥੇ ਬੜੇ ਦਿਨਾਂ ਤੋਂ ਬੈਠੇ ਹੋਏ ਨੇ ਟੋਲ ਪਲਾਜ਼ੇ ਤੇ। ਇਹਨਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਇਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਆ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀਆਂ ਕੀ ਮੰਗਾਂ ਨੇ ਤੇ ਮੰਗਾਂ ਦੇ ਮੁਤਾਬਕ ਇਹਨਾਂ ਨੂੰ ਜਿੱਦਣ ਦੇ ਇੱਥੇ ਬੈਠੇ ਆ ਕਿੰਨੇ ਚਿਰ ਤੋਂ ਇਹਨਾਂ ਦੀਆਂ ਸੇਵਾਵਾਂ ਠੱਪ ਨੇ, ਕਿੰਨੇ ਚਿਰੋਂ ਤੋਂ ਇਹਨਾਂ ਦੇ ਨਾਲ ਜਦੋਂ ਤੇ ਬੈਠੇ ਨੇ ਇਹਨਾਂ ਦੇ ਨਾਲ ਕੋਈ ਗੱਲ ਕਰਨ ਵਾਸਤੇ ਕੋਈ ਸਰਕਾਰ ਦਾ ਕੋਈ ਦੂਤ ਪਹੁੰਚਿਆ ਕਿ ਨਹੀਂ ਪਹੁੰਚਿਆ ਜੀ। ਗੱਲਬਾਤ ਕਰਦੇ ਆ ਜੀ ਭੈਣ ਜੀ ਉਹਨਾਂ ਦੇ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕਿੰਨੇ ਦਿਨ ਤੋਂ ਇੱਥੇ ਬੈਠੇ ਜੇ ਤੇ ਤੁਹਾਡੀਆਂ ਕੀ ਮੰਗਾਂ ਨੇ? ਸਰ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਨਾਲ ਦੇ ਕਰਮਚਾਰੀ ਤੁਸੀਂ? ਸਰ ਅਸੀਂ ਹੈਲਥ ਡਿਪਾਰਟਮੈਂਟ ਦੇ ਮੁਲਾਜ਼ਮ ਆ। ਅਸੀਂ ਕੰਟਰੈਕਟ ਮਲਟੀਪਰਪਸ ਹੈਲਥ ਵਰਕਰ ਫੀਮੇਲ ਕੈਡਰ ਬੈਠਾ ਹੋਇਆ ਇੱਥੇ। ਅਸੀਂ 16 ਤਰੀਕ ਤੋਂ ਟੋਲ ਤੇ ਧਰਨਾ ਲਾਇਆ ਹੋਇਆ। ਪਹਿਲਾਂ ਅਸੀਂ 15 ਨਵੰਬਰ ਤੋਂ ਸੇਵਾਵਾਂ ਠੱਪ ਕਰਕੇ ਡਾਇਰੈਕਟਰ ਦਫ਼ਤਰ 34 'ਚ ਬੈਠੇ ਸੀ। ਇੱਕ ਮੋਰਚਾ ਸਾਡਾ ਡਾਇਰੈਕਟਰ ਦਫ਼ਤਰ ਚੰਡੀਗੜ੍ਹ 34 ਸੈਕਟਰ 'ਚ ਲੱਗਾ ਹੋਇਆ, ਇੱਕ ਸਾਡਾ ਸਿੱਧੂ ਦੀ ਕੋਠੀ ਲੱਗਾ ਹੋਇਆ ਸੀ, ਤੀਸਰਾ ਮੋਰਚਾ ਅਸੀਂ ਇੱਥੇ ਲਾਇਆ। ਸਾਡੇ ਪੰਜਾਬ 'ਚ 3 ਮੋਰਚੇ ਚੱਲਦੇ ਪਏ ਆ। ਕਿੰਨੇ ਕੁ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਜਿਹੜੇ ਮੋਰਚਾ ਲਾ ਕੇ ਬੈਠੇ ਨੇ? ਅਸੀਂ 2700 ਫੀਮੇਲ ਵਰਕਰ ਆ ਜਿਹੜੇ ਕਿ ਕੰਟਰੈਕਟ ਤੇ ਕੰਮ ਕਰਦੇ ਪਏ ਆ ਤੇ ਸਾਡੇ ਡਿਪਾਰਟਮੈਂਟ ਵਿੱਚ ਖਾਲੀ ਪਈਆਂ ਪੋਸਟਾਂ ਨੇ। ਉਹਨਾਂ ਤੇ ਸਾਡੀ ਸਰਕਾਰ ਨਾਲ ਬਾਰ-ਬਾਰ ਮੀਟਿੰਗ ਹੋ ਰਹੀ ਹੈ ਕਿ ਸਾਡਾ ਜਿਹੜਾ ਵਾ 100% ਜਿਹੜਾ ਫੰਡ ਹੈਗਾ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਵਾ। ਉਹਨਾਂ ਖਾਲੀ ਪਈਆਂ ਸੀਟਾਂ ਤੇ ਕੰਮ ਵੀ ਅਸੀਂ ਕਰਦੇ ਪਏ ਆ। ਇੱਕ ਫੀਮੇਲ ਵਰਕਰ ਨੂੰ 3 ਐਡੀਸ਼ਨਲ ਚਾਰਜ ਦਿੱਤੇ ਹੋਏ ਆ ਸੈਂਟਰਾਂ ਦੇ। ਖਾਲੀ ਪਈਆਂ ਪੋਸਟਾਂ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਸਾਨੂੰ ਇੱਥੇ ਐਡਜਸਟ ਕੀਤਾ ਜਾਏ, ਰੈਗੂਲਰ ਕੀਤਾ ਜਾਏ। ਪਰ ਸਾਡੀਆਂ ਪ੍ਰਸ਼ਾਸਨ ਦੇ ਥਰੂ ਮੀਟਿੰਗਾਂ ਵੀ ਹੋ ਰਹੀਆਂ ਨੇ ਹੈਲਥ ਮਿਨਿਸਟਰ ਨਾਲ ਤੇ ਬਾਕੀ ਇੱਕ ਦਿਨ ਸਾਡੀ ਮੀਟਿੰਗ ਪੋਜ਼ਿਟਿਵ ਹੋ ਜਾਂਦੀ ਹੈ, ਅਗਲੇ ਦਿਨ ਨੈਗੇਟਿਵ ਹੋ ਜਾਂਦੀ ਹੈ। 1.5 ਮਹੀਨੇ ਤੋਂ ਲਗਾਤਾਰ ਇਹੀ ਕੰਮ ਚੱਲਦਾ ਪਿਆ ਵਾ। ਚੰਡੀਗੜ੍ਹ ਸਾਡੀਆਂ ਜਿਹੜੀਆਂ ਵਾ ਸਾਡੇ ਬਿਊਰੋਕਰੇਟ ਨਾਲ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਪਈਆਂ ਨੇ, ਉੱਥੇ ਵੀ ਸਾਡਾ ਕੋਈ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਸਾਨੂੰ ਕਿਸਾਨ ਜਥੇਬੰਦੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ BKU ਅਗਰਾਹਾਂ ਦਾ ਪੂਰਨ ਤੌਰ ਤੇ ਸਮਰਥਨ ਆ। ਉਹ ਸਾਡੀ ਦੇਖ ਰੇਖ ਇੱਥੇ ਕਰਦੇ ਪਏ ਆ। ਅਸੀਂ ਉਹਨਾਂ ਦੇ ਜਿਹੜੀ ਬਦੌਲਤ ਆ ਇੱਥੇ ਧਰਨਾ ਲਗਾ ਕੇ ਬੈਠੇ ਹੋਏ ਆ। ਤੁਹਾਨੂੰ ਤਾਂ ਇੱਥੇ ਠੰਡ ਦਾ ਮੌਸਮ ਵੀ ਆ, ਸਮੱਸਿਆਵਾਂ ਵਾ, ਘਰ ਬੱਚੇ ਵੀ ਆ ਨੇ ਤੁਹਾਡੇ, ਤੇ ਤੁਸੀਂ ਕਿਵੇਂ ਇੱਥੇ ਸਮਾਂ ਬਤੀਤ ਕਰ ਰਹੇ ਜੀ? ਠੰਡ ਤੇ ਹੈ ਆ ਸਰ, ਪਰ ਸਾਨੂੰ ਇਹ ਹੈ ਕਿ ਸਾਡਾ ਇੰਨੀਆਂ ਕੁ ਤਨਖਾਹਾਂ ਨਾਲ ਬਣਦਾ ਵੀ ਕੁਛ ਨਹੀਂ ਹੈ ਨਾ, ਤੇ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਪ੍ਰਪੇਅਰ ਕੀਤਾ ਹੋਇਆ ਵਾ। ਸਾਡੇ ਬੱਚਿਆਂ ਨੇ, ਸਾਡੇ ਪੇਰੈਂਟਸ ਨੇ ਸਾਨੂੰ ਇੱਥੇ ਭੇਜਿਆ ਹੋਇਆ ਕਿ ਕੋਈ ਗੱਲ ਨਹੀਂ, ਤੁਸੀਂ ਆਪਣਾ ਹੱਕ ਲੈਣ ਵਾਸਤੇ ਉੱਥੇ ਗਏ ਹੋ ਤੇ ਤੁਸੀਂ ਜਿੰਨੀ ਦੇਰ ਤੁਹਾਡਾ ਹੱਕ ਨਹੀਂ ਮਿਲਦਾ ਉਨੀ ਦੇਰ ਤੁਸੀਂ ਵਾਪਸ ਨਹੀਂ ਆਉਣਾ। ਜੇਕਰ ਮੰਨ ਲਓ ਚੋਣ ਜਾਬਤਾ ਲੱਗ ਜਾਂਦਾ, ਸਰਕਾਰ ਤੁਹਾਡੇ ਨਾਲ ਕੋਈ ਫੈਸਲਾ ਨਹੀਂ ਕਰਦੀ, ਪਹਿਲੀ ਗੱਲ ਤੇ ਇਹ ਵੀ ਤੁਹਾਡੇ ਤੱਕ ਕੋਈ ਨੇ ਪਹੁੰਚ ਕੀਤੀ ਕਿ ਸਰਕਾਰ ਦੇ ਮੁਲਾਜ਼ਮ ਨੇ ਕਿ ਨਹੀਂ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ? ਸਰ ਮੈਂ ਪਹਿਲਾਂ ਵੀ ਦੱਸ ਰਹੀ ਹਾਂ ਕਿ ਪਹੁੰਚ ਹੋਈ ਆ, ਸਾਡੀ ਪ੍ਰਸ਼ਾਸਨ ਦੇ ਥਰੂ ਮੀਟਿੰਗ ਹੋ ਰਹੀ ਹੈ। ਸਭ ਤੋਂ ਪਹਿਲਾਂ ਸਾਡੀ DC ਸਾਹਿਬ ਨਾਲ ਮੀਟਿੰਗ ਹੋਈ ਸੀਗੀ, ਉਸ ਤੋਂ ਬਾਅਦ ਸਾਡੀਆਂ ਹੈਲਥ ਮਿਨਿਸਟਰ ਨਾਲ 3-4 ਮੀਟਿੰਗਾਂ ਹੋਈਆਂ ਵਾ। ਚੰਡੀਗੜ੍ਹ ਸਾਡਾ ਜਿਹੜਾ ਸਾਰਾ ਬਿਊਰੋਕਰੇਟ ਆ, ਡਾਇਰੈਕਟਰ ਦਫ਼ਤਰ, ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ, ਪਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਅਜੇ ਤੱਕ ਨਿਕਲ ਰਿਹਾ। ਇੱਕ ਦਿਨ ਮੀਟਿੰਗ ਪੋਜ਼ਿਟਿਵ ਆ, ਅਗਲੇ ਦਿਨ ਨੈਗੇਟਿਵ ਆ, ਰਿਜ਼ਲਟ ਨਹੀਂ ਕੋਈ ਆ ਰਿਹਾ। ਸਰ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਫਿਲਹਾਲ ਨਹੀਂ ਮੰਨੀਆਂ ਜਾ ਰਹੀਆਂ ਤੇ ਤੁਸੀਂ ਇੱਥੇ ਟਾਈਮ ਬਤੀਤ ਕਰ ਰਹੇ ਜੇ, ਬੜਾ ਔਖਾ ਵਾ ਸਮਾਂ ਬਤੀਤ ਕਰਨ ਦੇ। ਆਉਣ ਵਾਲੇ ਸਮੇਂ ਦੇ ਵਿੱਚ ਚੋਣ ਜਾਬਤਾ ਲੱਗਣ ਵਾਲਾ ਤੇ ਚੋਣ ਜਾਬਤੇ ਦੇ ਦੌਰਾਨ ਜੇ ਮੰਨ ਲਓ ਸਰਕਾਰ, ਆਪਾਂ ਫਿਲਹਾਲ ਮੰਨ ਲਈਏ ਕਿ ਸਰਕਾਰ ਜੇ ਤੁਹਾਡੀ ਸੁਣਵਾਈ ਨਹੀਂ ਕਰਦੀ, ਫਿਰ ਤੁਸੀਂ ਉਸ ਤੋਂ ਬਾਅਦ ਅਗਲਾ ਕੀ ਸਟੈਪ ਲਓਗੇ ਚੋਣ ਜਾਬਤੇ ਤੋਂ ਬਾਅਦ? ਸਰ ਚੋਣ ਜਾਬਤਾ ਲੱਗਣ ਦਾ ਡਰ ਤੇ ਸਾਰਿਆਂ ਨੂੰ ਹੈਗਾ ਵਾ, ਪਰ ਅਸੀਂ ਜਿਸ ਦਿਨ ਇੱਥੇ ਧਰਨਾ ਲਗਾਇਆ ਵਾ, ਸਾਨੂੰ ਸਰਕਾਰ ਦੀਆਂ ਬਦਨੀਤੀਆਂ ਦਿਸ ਰਹੀਆਂ ਨੇ ਕਿ ਉਹ ਟਾਲ ਮਟੋਲ ਕਰਦੇ ਪਏ ਆ ਕਿ ਚੋਣ ਜਾਬਤਾ ਲੱਗ ਜੇ ਤੇ ਇਹ ਆਪਣੇ ਆਪ ਉੱਠ ਕੇ ਚੱਲ ਜਾਣਗੇ। ਇਹ ਸਾਨੂੰ ਸਾਰਾ ਕੁਝ ਪਤਾ ਹੈਗਾ ਵਾ। ਅਸੀਂ ਰਾਜਪਾਲ ਨੂੰ ਲਿਖ ਕੇ ਦਿੱਤਾ ਹੋਇਆ ਵਾ, ਅਸੀਂ ਚੋਣ ਕਮਿਸ਼ਨ ਨੂੰ ਵੀ ਲਿਖ ਕੇ ਦਿੱਤਾ ਵਾ ਕਿ ਸਰਕਾਰ ਟਾਲ ਮਟੋਲ ਕਰਦੀ ਪਈ ਆ। ਜੇਕਰ ਟਾਲ ਮਟੋਲ ਕਰੇਗੀ ਤੇ ਸਾਡੀਆਂ ਸੇਵਾਵਾਂ ਫਿਰ ਵੀ ਚੋਣ ਜਾਬਤਾ ਦੇ ਦੌਰਾਨ ਵੀ ਠੱਪ ਹੀ ਰਹਿਣਗੀਆਂ। ਉਹਦੀ ਜਿਹੜੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ, ਜਾਂ ਚੋਣ ਕਮਿਸ਼ਨ ਦੀ ਬਣਦੀ ਆ, ਜਾਂ ਗਵਰਨਰ ਸਾਹਿਬ ਦੀ ਬਣਦੀ ਆ, ਕਿਉਂਕਿ ਅਸੀਂ ਉਹਨਾਂ ਨੂੰ ਨਾਲ ਹੀ ਲਿਖ ਕੇ ਦਿੱਤਾ ਹੋਇਆ ਉਸ ਦਿਨ ਦਾ ਕਿ ਸਰਕਾਰ ਟਾਲ ਮਟੋਲ ਕਰਦੀ ਪਈ ਆ। ਤੇ ਜਦ ਵੀ ਚੋਣ ਜਾਬਤਾ ਲੱਗ ਜਾਂਦਾ ਅਸੀਂ ਉੱਠਾਂਗੇ ਨਹੀਂ, ਸਾਡੀਆਂ ਸੇਵਾਵਾਂ ਠੱਪ ਰਹਿਣਗੀਆਂ। ਅਸੀਂ ਹੁਣ ਫਿਰ ਰਿਮਾਈਂਡਰ ਕੱਢਾਂਗੇ ਕਿ ਚੋਣ ਜਾਬਤਾ ਨੇੜੇ ਆ ਰਿਹਾ ਵਾ, ਸਾਡਾ ਅਜੇ ਵੀ ਹੱਲ ਕੋਈ ਨਹੀਂ ਹੋ ਰਿਹਾ ਤੇ ਸਾਡੀਆਂ ਸੇਵਾਵਾਂ ਬਿਲਕੁਲ ਠੱਪ ਰਹਿਣਗੀਆਂ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ 1 ਲੱਖ ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਦੇ ਚੁੱਕਿਆ ਵਾਂ, ਤੇ ਚੰਨੀ ਸਾਹਿਬ ਆਏ ਤੇ ਚੰਨੀ ਸਾਹਿਬ ਨੇ ਕਿਹਾ ਕਿ ਮੈਂ 36000 ਜਿਹੜੀਆਂ ਵਾ ਉਹ ਨੌਕਰੀਆਂ ਦੇ ਚੁੱਕਾ ਮੁਲਾਜ਼ਮਾਂ ਨੂੰ। ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੈਗੇ ਕਿ ਜਾਂ ਉਹ ਇੱਕ ਸ਼ੋਸ਼ੇਬਾਜ਼ੀ ਕਰ ਰਹੀਆਂ ਸਰਕਾਰਾਂ? ਸਰ ਉਹਦੇ ਵਿੱਚ ਕੋਈ ਵੀ ਸ਼ਾਮਲ ਨਹੀਂ ਹੈਗਾ। ਇੱਕ ਵੀ 36000 ਦੇ ਵਿੱਚ ਇੱਕ ਵੀ ਡਿਪਾਰਟਮੈਂਟ ਦਾ ਮੁਲਾਜ਼ਮ ਸ਼ਾਮਲ ਨਹੀਂ ਹੈਗਾ। ਉਹ ਬੋਰਡ ਪਹਿਲਾਂ ਬਣ ਗਏ ਆ
ਗਵਰਨਰ ਨੇ ਕੱਲ ਦਾ ਉਹ ਇਹਨਾਂ ਦਾ ਚਿੱਠਾ ਕੱਢ ਕੇ ਬਾਹਰ ਭੇਜਿਆ ਵਾ ਕਿ ਜਿਹਦੇ ਵਿੱਚ ਕੁਝ ਕਲੀਅਰ ਹੀ ਨਹੀਂ ਹੈਗਾ, ਕੁਝ ਪਾ ਹੀ ਨਹੀਂ ਸਕੇ ਉਹਦੇ ਵਿੱਚ ਕਿ ਕਿੰਨੇ ਮੁਲਾਜ਼ਮ ਆ। ਉਹਦੇ ਵਿੱਚ 34,000 ਦੀ ਫਾਈਲ ਗਈ ਆ, ਬੋਰਡ 36 ਦੇ ਲੱਗੇ ਆ, ਉਹਨਾਂ ਨੇ ਤੇ ਆਬਜੈਕਸ਼ਨ ਲਾ ਕੇ ਭੇਜੀ ਹੋਈ ਆ ਫਾਈਲ, ਤੇ ਇਹਨਾਂ ਨੇ ਕੋਈ ਵੀ ਉਸ ਪੋਰਟਲੀ ਵਿੱਚ ਕਿਸੇ ਨੂੰ ਡਿਕਲੇਅਰ ਨਹੀਂ ਕੀਤਾ ਕਿ ਜਿਹੜੇ ਗਣਾਏ ਆ ਵੀ ਮੈਂ 100 ਦਿਨ ਦੇ ਚ ਆਹ ਕੰਮ ਕੀਤੇ ਆ, ਤੁਸੀਂ ਉਹਦੇ ਜਿਹੜੇ ਕੰਮ ਉਹਨੇ ਕੀਤੇ ਆ ਉਹ ਤੋਂ ਸੰਤੁਸ਼ਟ ਜੇ ਕਿ ਨਹੀਂ ਸੰਤੁਸ਼ਟ? ਸਰ ਜਿਹੜੇ ਉਹਨਾਂ ਨੇ ਕੰਮ ਆਪਣੇ ਗਿਣਾਏ ਉਹ ਕੰਮ ਬਿਲਕੁਲ ਮੀਨਿੰਗਲੈਸ ਆ। ਉਹਨਾਂ ਦੇ ਕੰਮਾਂ ਦੇ ਵਿੱਚ ਅਸੀਂ ਉਹਨਾਂ ਦਾ ਇੱਕ ਵੀ ਕੰਮ ਨਹੀਂ ਗਿਣਦੇ, ਕੋਈ ਵੀ ਕੰਮ ਉਹਦੇ ਵਿੱਚ। ਸਾਰੇ ਡਿਪਾਰਟਮੈਂਟ ਪੰਜਾਬ ਦੇ ਜਿਹੜੇ ਸਾਰੇ ਸੜਕਾਂ ਤੇ ਆਏ ਹੋਏ ਆ, ਸਾਰੇ ਡਿਪਾਰਟਮੈਂਟਾਂ ਨੇ ਧਰਨਾ ਲਾਇਆ। ਤੁਸੀਂ ਦੱਸੋ, ਤੁਹਾਡੀ ਵੀ ਪ੍ਰੈਸ ਆ, ਤੁਸੀਂ ਵੀ ਪ੍ਰੈਸ ਤੇ ਬਾਰ-ਬਾਰ ਜਾਂਦੇ ਹੋ, ਇੱਕ ਵੀ ਦੱਸੋ ਕਿ ਉਹਨਾਂ ਨੇ ਕਿਸੇ ਵੀ ਮੁਲਾਜ਼ਮ ਦੇ ਕੋਲ ਆ ਕੇ ਕੀਤਾ ਹੋਏ, ਕਿਸੇ ਨੂੰ ਆਰਡਰ ਦਿੱਤੇ ਹੋਣ ਜਾਂ ਕਿਸੇ ਡਿਪਾਰਟਮੈਂਟ ਦਾ ਕੰਮ ਕੀਤਾ ਹੋਏ। ਕੰਮ ਤੇ ਉਹ ਇਹ ਦੱਸਦੇ ਆ ਕਿ ਮੈਨੂੰ ਮੰਜਾ ਉੜਨਾ ਆਉਂਦਾ ਜੀ, ਮੈਨੂੰ ਚਾਹ ਬਣਾਉਣੀ ਆਉਂਦੀ ਜੀ, ਮੈਨੂੰ ਧਾਰ ਕੱਢਣੀ ਆਉਂਦੀ ਜੀ। ਇਹ ਕੰਮ ਅਸੀਂ ਨਹੀਂ ਗਿਣਦੇ। ਤੁਹਾਨੂੰ ਆਉਂਦੇ ਇਹ ਕੰਮ ਸਾਰੇ? ਆਉਂਦੇ ਸਾਨੂੰ ਵੀ, ਪਰ ਅਸੀਂ ਢੰਡੋਰਾ ਨਹੀਂ ਪਿੱਟਦੇ ਸਰ। ਨਹੀਂ ਸਰ, ਅਸੀਂ ਢੰਡੋਰਾ ਨਹੀਂ ਪਿੱਟਦੇ, ਕੰਮ ਸਾਨੂੰ ਸਾਰੇ ਆਉਂਦੇ। ਅਸੀਂ ਪੜ੍ਹੀ ਲਿਖੀ ਜਮਾਤ ਆ, ਸਾਨੂੰ ਉਹ ਪਾਗਲ ਨਹੀਂ ਬਣਾ ਸਕਦੇ। ਝੁੱਗੀਆਂ ਚੌਂਪੜੀਆਂ ਚੋਂ ਜਨਾਨੀਆਂ ਦੇ ਨਾਲ ਫੋਟੋਆਂ ਲਵਾਉਂਦਾ ਕਿਉਂਕਿ ਉਹ ਅਨਐਜੂਕੇਟਡ ਆ, ਅਸੀਂ ਵੈਲ ਐਜੂਕੇਟਡ ਆ। ਸਾਡੇ ਨਾਲ ਆ ਕੇ ਫੋਟੋ ਲਵਾਉਣ। ਸਾਨੂੰ ਕਰੋਨਾ ਯੋਧਿਆਂ ਦੇ ਨਾਲ ਨਵਾਜਿਆ ਗਿਆ। ਅਸੀਂ ਕਰੋਨਾ ਕਾਲ ਦੇ ਵਿੱਚ 2 ਸਾਲ ਆਪਣੇ ਬੱਚੇ ਨਹੀਂ ਦੇਖੇ, ਬਜ਼ੁਰਗ ਨਹੀਂ ਦੇਖੇ। ਅਸੀਂ ਰਾਤ ਦਿਨ ਕੰਮ ਕੀਤਾ, ਫੋਟੋ ਲਵਾਉਣ ਦੇ ਲਾਇਕ ਅਸੀਂ ਆ। ਸਾਡੇ ਨਾਲ ਫੋਟੋ ਲਵਾਉਣ, ਫਿਰ ਅਸੀਂ ਕਹੀਏ ਕਿ ਚੰਨੀ ਸਾਹਿਬ ਨੇ ਆਹ ਕੰਮ ਕੀਤੇ ਆ। ਟੀਚਰਾਂ ਦੇ ਧਰਨਿਆਂ 'ਚ ਆਉਣ, ਸਾਡੇ ਧਰਨਿਆਂ 'ਚ ਆਉਣ, ਹੋਰ ਕਿਸੇ ਕਿਸਾਨੀ ਧਰਨੇ 'ਚ ਜਾਣ, ਕੋਈ ਕਰਜ਼ਾ ਮਾਫ ਕਰਨ, ਕੋਈ ਕਿਸੇ ਤਰੀਕੇ ਦਾ ਕੰਮ ਕਰਨ, ਤੇ ਉਹਨੂੰ ਅਸੀਂ ਕੰਮ ਗਿਣੀਏ। ਕੰਮ ਤੇ ਉਹਨਾਂ ਨੇ, ਉਹ ਤਾਂ ਸੋਸ਼ਲ ਮੀਡੀਆ ਤੇ ਹੀਰੋ ਬਣੇ ਨੇ। ਕਦੀ ਉਹ ਕਿਸੇ ਦੀ ਚਾਹ ਵਾਲੀ ਦੁਕਾਨ 'ਚ ਜਾ ਕੇ ਵੜ ਜਾਂਦੇ, ਮੈਨੂੰ ਚਾਹ ਬਣਾਉਣੀ ਆਉਂਦੀ। ਕਦੀ ਉਹ ਟਰੱਕ ਚਲਾਉਣ ਵੜ ਜਾਂਦੇ ਕਿ ਮੈਨੂੰ ਟਰੱਕ ਚਲਾਉਣਾ ਆਉਂਦਾ। ਇਹਨਾਂ ਕੰਮਾਂ ਨੂੰ ਅਸੀਂ ਕੰਮ ਨਹੀਂ ਮੰਨਦੇ ਹੈਗੇ ਸਰ। ਤੁਸੀਂ ਕੀ ਲੱਗਦੇ, ਮੰਜੇ ਉਣਨੇ, ਬਰਸੀਮ ਵੱਢਣਾ, ਜਿੱਦਾਂ ਦੇ ਚੰਨੀ ਸਾਹਿਬ ਦੱਸਦੇ ਆ, ਰਕਸ਼ਾ ਚਲਾਉਣਾ, ਕੀ ਇਹ ਸੀਐਮ ਵਾਸਤੇ ਯੋਗਤਾਵਾਂ ਪੂਰੀਆਂ ਰੱਖਣੀਆਂ ਜ਼ਰੂਰੀ ਨੇ? ਬਿਲਕੁਲ ਨਹੀਂ ਹੈ ਜੀ। ਉਹ ਤੇ ਆਪਣਾ ਉਹੀ ਹੈ ਕਿ ਇੱਕ ਫਿਲਮ ਵਿੱਚ ਜਿਹੜਾ 24 ਘੰਟੇ ਦਾ ਸੀਐਮ ਬਣਿਆ ਸੀਗਾ ਨਾ, ਉਹ ਵਾਲੇ ਨਜ਼ਾਰੇ ਲੈ ਰਹੇ ਆ ਉਹਨਾਂ ਨੂੰ। ਹਾਂ, ਉਹ ਨਜ਼ਾਰੇ ਲੈ ਰਹੇ ਆ, ਪਰ ਉਹਨਾਂ ਨੇ ਤਾਂ ਸਹੀ ਕੰਮ ਕੀਤੇ ਸੀਗੇ ਨਾ। ਇਹ ਬਿਲਕੁਲ ਓਪੋਜਿਟ ਆ, ਕੰਮ ਬਿਲਕੁਲ ਮੀਨਿੰਗਲੈਸ ਆ। ਤੁਹਾਨੂੰ ਇੰਜ ਨਹੀਂ ਲੱਗਦਾ ਕਿ ਇਹ ਅਨਿਲ ਕਪੂਰ ਦੀਆਂ ਫਿਲਮਾਂ ਵੇਖ ਕੇ ਤੇ ਉਹਦੇ ਮੁਤਾਬਕ ਹੀ ਸਾਰੇ ਜਿਹੜੇ ਆ ਸੀਐਮ ਦੇ ਉਹ ਬਣ ਰਹੇ ਆ ਜਾਂ ਬਣਨ ਦਾ ਰੋਲ ਕਰ ਰਹੇ ਆ ਵੀ ਅਸੀਂ ਉਹਦੇ ਵਾਂਗੂ ਕਰਾਂਗੇ? ਤੁਹਾਨੂੰ ਲੱਗਦਾ ਇਦਾਂ ਕਿ ਨਹੀਂ? ਨਹੀਂ ਸਰ, ਗੱਲ ਇਸ ਤਰ੍ਹਾਂ ਵਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਕਿ ਮੈਂ ਸੀਐਮ ਬਣ ਜਾਣਾ। ਉਹ ਚਾਅ ਇੰਨਾ ਕਿ ਉਹਨਾਂ ਨੂੰ ਚੜ ਗਿਆ ਵਾ ਕਿ ਉਹ ਕਮਲੇ ਹੀ ਹੋਏ ਫਿਰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਮੈਂ ਕਦੀ ਬਣਾਂਗਾ ਸੀਐਮ। ਉਹ ਸੀਐਮ ਬਣ ਗਏ ਆ, ਪਰ ਉਹਨਾਂ ਨੂੰ ਚੇਤਾ ਹੀ ਨਹੀਂ ਹੈ ਕਿ ਕੋਈ ਚੰਗੇ ਕੰਮ ਕਰਾਂਗੇ ਤੇ ਗਾੜੀ ਵੀ ਅੱਗੇ ਮੈਂ ਆਵਾਂਗਾ। ਇਸ ਕਰਕੇ ਉਹ ਜਿਹੜੇ ਬਿਲਕੁਲ ਮੀਨਿੰਗਲੈਸ ਕੰਮ ਕਰਦੇ ਪਏ, ਅਸੀਂ ਉਹਨਾਂ ਦੇ ਨਾਲ ਬਿਲਕੁਲ ਸੈਟੀਸਫਾਈਡ ਨਹੀਂ ਹੈਗੇ ਉਹਨਾਂ ਕੰਮਾਂ ਨਾਲ। ਥੈਂਕ ਯੂ। ਜਿਹੜਾ ਸਿੱਧੂ ਦੀ ਕੋਠੀ ਗਾੜੀ ਤੋਂ ਧਰਨਾ ਲਾਇਆ, ਉੱਥੇ ਇੱਕ ਘਟਨਾ ਵੀ ਵਾਪਰੀ ਆ, ਤੇ ਉਹਦੇ ਬਾਰੇ ਤੁਸੀਂ ਚਾਨਣਾ ਪਾਓਗੇ ਜਰਾ? ਹਾਂਜੀ ਸਰ, ਸਾਡਾ ਸਿੱਧੂ ਦੀ ਕੋਠੀ ਦੇ ਅੱਗੇ 18 ਤਰੀਕ ਦਾ ਧਰਨਾ ਲੱਗਾ ਹੋਇਆ ਸੀ। ਸਭ ਤੋਂ ਪਹਿਲੇ ਦਿਨ ਅਸੀਂ ਸਿੱਧੂ ਸਾਹਿਬ ਨਾਲ ਮਿਲੇ ਸੀ। ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਮੈਂ ਜਿਹੜਾ ਵਾ ਦੇਵੀ ਦਾ ਪੁਜਾਰੀ ਆ, ਦੇਵੀਆਂ ਮੇਰੇ ਦਰਵਾਜ਼ੇ ਅੱਗੇ ਆ ਗਈਆਂ ਨੇ, ਮੈਂ ਬਿਲਕੁਲ ਤੁਹਾਨੂੰ ਖਾਲੀ ਝੋਲੀ ਨਹੀਂ ਮੋੜੂੰਗਾ। ਉਹਨਾਂ ਨੇ ਅਗਲੇ ਦਿਨ ਸਾਡੀ ਡਿਪਟੀ ਸੀਐਮ ਸੋਨੀ ਸਾਹਿਬ ਨਾਲ ਮੀਟਿੰਗ ਕਰਾਈ। ਉਹਨਾਂ ਨੂੰ ਕਿਹਾ ਕਿ ਮੇਰੀਆਂ ਭੈਣਾਂ ਨੇ, ਇਹਨਾਂ ਦਾ ਕੰਮ ਹੋਣਾ ਚਾਹੀਦਾ ਵਾ। ਉਹਨਾਂ ਨੇ ਕਿਹਾ ਬਿਲਕੁਲ ਕਰਾਂਗੇ। ਅਸੀਂ ਉਹਨਾਂ ਦੇ ਨਾਲ ਮੀਟਿੰਗ ਤੋਂ ਆਏ, ਸਾਡੀ ਮੀਟਿੰਗ ਪੋਜ਼ਿਟਿਵ ਸੀਗੀ। ਅਸੀਂ ਉਸ ਦਿਨ ਦਾ ਸ਼ਾਂਤਮਈ ਧਰਨਾ ਲਗਾ ਕੇ ਬੈਠੇ ਹੋਏ ਸੀਗੇ। ਅਸੀਂ ਕੋਈ ਸਿੱਧੂ ਦੇ ਬਰਖਲਾਫ ਨਾਅਰੇਬਾਜ਼ੀ ਨਹੀਂ ਸੀ ਕਰਦੇ, ਕੋਈ ਕੁਛ ਨਹੀਂ ਆ। ਤੇ ਉਸ ਤੋਂ ਬਾਅਦ ਅਸੀਂ ਉਹਦੀ ਅਪਡੇਟ ਲੈਣ ਵਾਸਤੇ ਬੜੀ ਕੋਸ਼ਿਸ਼ ਕੀਤੀ ਕਿ ਜਦੋਂ ਵੀ ਸਿੱਧੂ ਸਾਹਿਬ ਘਰ ਆਉਂਦੇ ਅਸੀਂ ਉਹਨਾਂ ਦੇ ਨਾਲ ਗੱਲ ਕਰੀਏ, ਪਰ ਸਿੱਧੂ ਸਾਹਿਬ ਜਿਹੜੇ ਆ ਉਹ ਚੋਰ ਦਰਵਾਜ਼ੇ ਰਾਹੀਂ ਨਿਕਲ ਜਾਂਦੇ ਸੀਗੇ। ਸਾਡੇ ਉਹ ਮੱਥੇ ਲੱਗਣਾ ਨਹੀਂ ਚਾਹੁੰਦੇ। ਤੇ ਅਸੀਂ ਵੀ ਪੜ੍ਹੀ ਲਿਖੀ ਜਮਾਤ ਆ, ਅਸੀਂ ਕੋਈ ਬੇਵਕੂਫ ਤਾਂ ਹੈ ਨਹੀਂ ਆ। ਜੇਕਰ ਉਹ ਸਾਡਾ ਕੰਮ ਵਾਕਿਆ ਹੀ ਕਰਾ ਰਹੇ ਆ ਤਾਂ ਫਿਰ ਉਹਨਾਂ ਨੂੰ ਸਾਡੇ ਮੱਥੇ ਲੱਗਣ 'ਚ ਤਾਂ ਕੋਈ ਹਰਜ ਨਹੀਂ ਆ। ਸਾਨੂੰ ਉਹ ਕਹਿ ਸਕਦੇ ਆ ਕਿ ਹਾਂ ਤੁਹਾਡਾ ਕੰਮ ਜਿਹੜਾ ਪ੍ਰੋਸੈਸ ਚੱਲਦਾ ਪਿਆ, ਇੱਥੋਂ ਤੱਕ ਤੁਹਾਡਾ ਪਹੁੰਚਿਆ ਵਾ, ਪਰ ਉਹਨਾਂ ਨੇ ਸਾਡੇ ਮੱਥੇ ਲੱਗਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਆਏ ਆ, ਅਸੀਂ ਉਹਨਾਂ ਦੇ ਗਨਮੈਨਾਂ ਹੱਥ ਮੈਸੇਜ ਭੇਜਿਆ ਕਿ ਅਸੀਂ ਅੱਜ ਜਿਹੜਾ ਵਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਕਿ ਸਾਨੂੰ 2 ਥਾਂ ਧਰਨੇ ਲਾਉਣ 'ਚ ਬਹੁਤ ਪ੍ਰੋਬਲਮ ਆ ਰਹੀ ਆ। ਅਸੀਂ ਉੱਥੋਂ ਵਾਲਾ ਧਰਨਾ ਜਿਹੜਾ ਕੱਥੂ ਨੰਗਲ ਸ਼ਿਫਟ ਕਰਨ ਵਾਸਤੇ ਗਏ ਸੀਗੇ, ਪਰ ਉਹਨਾਂ ਨਾਲ ਪਹਿਲਾਂ ਮੀਟਿੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਸਾਡੇ ਪ੍ਰੋਸੈਸ ਦਾ ਪਤਾ ਲੱਗੇ ਕਿ ਸਾਡਾ ਪ੍ਰੋਸੈਸ ਕਿੱਥੋਂ ਤੱਕ ਪਹੁੰਚਿਆ। ਉਹਨਾਂ ਨੇ ਮੈਸੇਜ ਭੇਜਤਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ। ਜਦੋਂ ਨਿਕਲਣ ਲੱਗੇ ਤੇ ਕੁੜੀਆਂ ਨੇ ਅੱਗੇ ਜਾ ਕੇ ਅਪਡੇਟ ਜਾਣਨ ਵਾਸਤੇ ਉਹਨਾਂ ਦੀ ਗੱਡੀ ਨੂੰ ਰੋਕਿਆ ਵਾ। ਜਦ ਉਹਨਾਂ ਦੀ ਗੱਡੀ ਦੇ ਅੱਗੇ ਹੋਈਆਂ ਨੇ ਕੁੜੀਆਂ, ਉਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਉਹਨਾਂ ਦੀ ਜੈਡ ਸਿਕਿਉਰਿਟੀ ਸੀ, ਉਹਨਾਂ ਨੇ ਕੁੜੀਆਂ ਨੂੰ ਫੜ ਕੇ ਗੁੱਤਾਂ ਤੋਂ ਧੋਇਆ, ਬਾਹਾਂ ਲੱਤਾਂ ਤੋਂ ਫੜ ਕੇ ਧੂ ਕੇ ਪਿੱਛੇ ਸੱਟਿਆ। ਤੇ ਜਿਹੜੀ ਕੁੜੀ ਦੇ ਸਾਡੀ ਦੇ ਸੱਟ ਲੱਗੀ ਆ, ਉਹਦਾ ਹੱਥ ਬਾਰੀ ਨੂੰ ਪਿਆ ਸੀ। ਜਦੋਂ ਇੱਕਦਮ ਉਹਨਾਂ ਨੇ ਗੱਡੀ ਖਿੱਚੀ, ਉਹ ਪਿੱਛੇ ਡਿੱਗ ਗਈ, ਉਹਦੀ ਡਿਸਕ ਤੇ ਸੱਟ ਲੱਗ ਗਈ ਆ।
ਉਹਦੀ ਜਿਹੜੀ ਆ ਬੈਕਬੋਨ ਉਹ ਫ੍ਰੈਕਚਰ ਆਈ ਆ, ਬਿਲਕੁਲ ਸਟੇਟ ਪੋਜੀਸ਼ਨ ਦੇ ਵਿੱਚ ਉਹਨੂੰ ਸ਼ਿਫਟ ਕੀਤਾ ਗਿਆ, ਬਿਲਕੁਲ ਬੈਂਡ ਨਹੀਂ ਹੋ ਰਿਹਾ ਸੀਗਾ, ਉਹਦੀ ਪ੍ਰੋਬਲਮ ਵੱਧ ਗਈ ਹੋਈ ਆ। ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਸਫਾਈਆਂ ਦੇ ਰਹੇ ਆ ਕਿ ਮੈਂ ਇਹ ਕੁਝ ਨਹੀਂ ਕੀਤਾ, ਮੈਂ ਗੱਡੀ ਨਹੀਂ ਚਾੜੀ। ਅਸੀਂ ਮੰਨਦੇ ਹਾਂ ਗੱਡੀ ਨਹੀਂ ਚਾੜੀ, ਪਰ ਜੇ ਗੱਡੀ ਚੋਂ ਨਿਕਲ ਕੇ ਆਰਾਮ ਨਾਲ ਗੱਲ ਸੁਣ ਲੈਂਦੇ ਤੇ ਇਹ ਕੁਝ ਹੋਣਾ ਹੀ ਨਹੀਂ ਸੀ। ਜਦੋਂ ਤੁਸੀਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜੈਡ ਸਕਿਉਰਟੀ ਨੇ ਬਾਹਰ ਫੜ ਕੇ ਕੁੜੀਆਂ ਨੂੰ ਧੂਣ ਦੀ ਕੋਸ਼ਿਸ਼ ਕੀਤੀ, ਧੱਕੇ ਮਾਰੇ, ਗੰਦੀਆਂ ਗਾਲਾਂ ਕੱਢੀਆਂ, ਉਦੋਂ ਤੇ ਸਿੱਧੂ ਸਾਹਿਬ ਬਾਹਰ ਆ ਕੇ ਕਹਿ ਸਕਦੇ ਸੀਗੇ ਨਾ ਕਿ ਮੈਨੂੰ ਗੱਲ ਸੁਣ ਲੈਣ ਦਿਓ। ਇਹ ਉਹਨਾਂ ਦੇ ਜਵਾਬ ਦੇਣ ਤੇ ਹੀ ਹੋਇਆ, ਜਦ ਕਿ ਜਿਹਦੀ ਨਿਰੋਲ ਜ਼ਿੰਮੇਵਾਰੀ ਸਿੱਧੂ ਦੀ ਹੈ।